ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ ਦੂਜਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਅਕਲਮੰਦ ਨਹੀਂ ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਵਿਚਾਰ ਕਰ ਸਕਦਾ ਹੈ, ਉਹਨਾਂ ਹੀ ਸੁਣ ਸਕਦਾ ਹੈ। ਇਨਸਾਨ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ, ਉਹਦੀ ਕਿਰਪਾ ਦੇ ਨਾਲ ਹੀ ਚੱਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਰਚਨਾ ਕਰਕੇ ਲੋਕਾਈ ਦੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮਿਹਰ ਕੀਤੀ ਹੈ ਮਨੁੱਖਤਾ ਦੇ ਉੱਤੇ। ਸੱਚੇ ਪਾਤਸ਼ਾਹ ਨੇ ਮਾਇਆ ਦੇ ਵਿੱਚ ਗੜੂਚ ਹੋਇਆ ਇਨਸਾਨ, ਉਹਨੂੰ ਬਾਹਰ ਕੱਢ ਕੇ ਫਿਰ ਪਰਮਾਤਮਾ ਦੇ ਨਾਲ ਜੁੜਨ ਦੀ ਇੱਕ ਬਹੁਤ ਹੀ ਪਿਆਰੀ ਵਿਧੀ ਸਮਝਾਈ ਹੈ। ਦਰਅਸਲ ਇਨਸਾਨ ਦਾ ਮਿਸ਼ਨ ਟੂ ਦਾ ਅਰਥ, ਉਹਦਾ ਇਸ ਧਰਤੀ ਉੱਤੇ ਆਉਣ ਦਾ ਮਨੋਰਥ ਹੀ ਇਹੀ ਹੈ ਕਿ ਉਹਨੇ ਪਰਮਾਤਮਾ ਦੇ ਵਿੱਚ ਅਭੇਦ ਕਿਸ ਤਰ੍ਹਾਂ ਹੋਣਾ ਹੈ। ਸੱਚੇ ਪਾਤਸ਼ਾਹ ਨੇ ਬਹੁਤ ਹੀ ਵਿਗਿਆਨਕ ਸਪਿਰਚੁਅਲ ਤਰੀਕੇ ਦੇ ਨਾਲ ਇਨਸਾਨ ਨੂੰ ਜੋੜਿਆ ਹੈ ਪ੍ਰਭੂ ਦੇ ਨਾਲ। ਦੋ ਪਾਸੇ ਹਨ, ਇੱਕ ਪਾਸਾ ਸਮੇਂ ਦਾ ਹੈ, ਦੂਜਾ ਪਾਸਾ ਆ ਸਮੇਂ ਦਾ ਹੈ, ਜਿੱਥੇ ਸਮਾਂ ਲਾਗੂ ਨਹੀਂ ਹੁੰਦਾ, ਜਿੱਥੇ ਸਮੇਂ ਦੀ ਕੋਈ ਲੋੜ ਹੀ ਨਹੀਂ ਹੈ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹਨੂੰ ਪਰਮੇਸ਼ਰ ਨੂੰ, ਪਿਆਰੇ ਨੂੰ ਸਮੇਂ ਦੀ ਕੀ ਲੋੜ ਹੈ। ਉਹਦੀ ਰਚਨਾ ਇਨਸਾਨ ਸਮੇਂ ਦਾ ਪਾਬੰਦ ਹੈ, ਸਮੇਂ ਦੇ ਵਿੱਚ ਜੁੜਿਆ ਹੋਇਆ ਹੈ, ਖੁੱਭਿਆ ਹੋਇਆ ਹੈ, ਕਿਉਂਕਿ ਉਹ ਆਪਣੇ ਆਪ ਨੂੰ ਮਾਪਦਾ ਹੈ, ਤੋਲਦਾ ਹੈ, ਗਿਣਦਾ ਹੈ ਤੇ ਮਿਣਦਾ ਹੈ। ਇਹ ਪ੍ਰਾਣੀ ਦਾ ਸੁਭਾਅ ਹੈ, ਹਿਊਮਨ ਬੀਇੰਗ ਦੀ ਇੱਕ ਨੇਚਰ ਹੈ ਕਿ ਆਪਣੇ ਆਪ ਨੂੰ ਤੋਲਣਾ ਹੈ, ਸਮੇਂ ਦੇ ਨਾਲ ਮਿਲਣਾ ਹੈ, ਗਿਣਨਾ ਹੈ। ਪ੍ਰਭੂ ਨੂੰ ਇਹਦੀ ਕੋਈ ਆਵਸ਼ਕਤਾ ਨਹੀਂ ਹੈ। ਸੱਚੇ ਪਾਤਸ਼ਾਹ ਨੇ ਉਸੇ ਸਮੇਂ ਨੂੰ ਜਿਹਦੇ ਨਾਲ ਪ੍ਰਾਣੀ ਜੁੜਿਆ ਹੋਇਆ ਹੈ, ਉਹਨੂੰ ਪ੍ਰਭੂ ਦੀ ਆਰਾਧਨਾ ਦੇ ਵਿੱਚ ਕਿਸ ਤਰ੍ਹਾਂ ਕਨਵਰਟ ਕਰਨਾ ਹੈ, ਸਾਨੂੰ ਸਮਝਾਇਆ ਹੈ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਪਦ, 24,000 ਅੱਖਰ ਵਰਤੇ ਹਨ। ਇੱਕ ਘੰਟੇ ਦੇ ਵਿੱਚ 1,000, ਇੱਕ ਅਸ਼ਟਪਦੀ ਦੇ ਇੱਕ ਪਦ ਵਿੱਚ 1,000 ਅੱਖਰ ਵਰਤੇ ਹਨ। ਦੂਸਰੇ ਪਾਸੇ ਪ੍ਰਾਣੀ ਤੇ ਸਮਾਂ ਦੋਨੇ ਸਾਥ ਚੱਲਦੇ ਹਨ। ਪ੍ਰਾਣੀ ਨੂੰ ਸਮੇਂ ਦੀ ਲੋੜ ਹੈ, ਕਿਉਂਕਿ ਉਹਨੇ ਹਰ ਚੀਜ਼ ਨੂੰ ਗਿਣਨਾ ਹੈ, ਮਿਣਨਾ ਹੈ, ਤੋਲਣਾ ਹੈ। 24 ਘੰਟੇ, ਇੱਕ ਦਿਨ ਤੇ ਇੱਕ ਰਾਤ, ਸਵਾਸਾਂ ਦੀ ਗਿਣਤੀ 24,000। ਉਧਰ 24 ਅਸ਼ਟਪਦੀਆਂ, ਇੱਧਰ 24 ਘੰਟੇ, ਉਧਰ 8 ਪਦ ਤੇ ਇੱਧਰ 8 ਪਹਿਰ।
3 ਘੜੀਆਂ ਦਾ ਬਣਾਇਆ ਹੋਇਆ ਇੱਕ ਪਹਿਰ, ਜਾਣੀ ਕਿ 24 ਘੰਟਿਆਂ ਦੇ ਵਿੱਚ 8 ਪਹਿਰ। ਪ੍ਰਾਣੀ ਨੂੰ 24,000 ਸਵਾਸ ਆਉਂਦੇ ਹਨ। ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਪਾਸੇ ਆਮਰ ਹੈ, ਮਰਨ ਤੋਂ ਰਹਿਤ ਹੈ। ਦੂਜੇ ਪਾਸੇ ਮਰਨ ਹੈ, ਚੱਲਣਹਾਰ ਹੈ। ਚੱਲਣਹਾਰ ਨੂੰ ਅਚਲ ਕਿਵੇਂ ਬਣਾਉਣਾ ਹੈ, ਕਿਵੇਂ ਪ੍ਰਭੂ ਦੇ ਚਰਨਾਂ ਦੇ ਵਿੱਚ ਲਗਾਉਣਾ ਹੈ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਪ੍ਰਾਣੀ ਨੂੰ ਸਮਝਾਇਆ ਹੈ ਕਿ ਸਵਾਸ ਤੇਰੇ ਜੀਵਨ ਦਾ ਸਰੋਤ ਹਨ। 3 ਚੀਜ਼ਾਂ ਉੱਤੇ ਤੂੰ ਜੀਂਦਾ ਹੈ। ਪਵਨ ਪਿਤਾ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਹਵਾ ਆਕਸੀਜਨ ਸਾਹ ਲੈਂਦਾ ਹੈ, ਜਿਹੜੀ ਤੇਰੇ ਫੇਫੜਿਆਂ ਨੂੰ ਚਲਾਉਂਦੀ ਹੈ, ਤੇ ਉਹ ਆਕਸੀਜਨ ਤੇਰੇ ਸਰੀਰ ਦੇ ਵਿੱਚ ਘੁੰਮਦੀ ਹੈ। ਦੂਸਰਾ ਤੂੰ ਪਾਣੀ, ਪਾਣੀ ਤੋਂ ਬਿਨਾਂ ਜੀ ਨਹੀਂ ਸਕਦਾ। ਪਵਨ ਗੁਰੂ ਹੈ, ਪਾਣੀ ਪਿਤਾ ਹੈ, ਮਾਤਾ ਤੇਰੀ ਧਰਤੀ ਹੈ। ਐਨਰਜੀ ਜਿੱਥੋਂ ਤੈਨੂੰ ਸ਼ਕਤੀ ਮਿਲਦੀ ਹੈ। ਇਹਨਾਂ 3 ਐਨਰਜੀ ਸੋਰਸਿਸ ਦੇ ਨਾਲ ਪ੍ਰਾਣੀ ਤੂੰ ਜੀਵਤ ਹੈ। ਤੇਰਾ 1 ਸੈਕਿੰਡ ਤੋਂ ਜੀਵਨ ਸ਼ੁਰੂ ਹੁੰਦਾ ਹੈ, ਜਿਹੜਾ ਕਿ ਤੇਰਾ ਇੱਕ ਸਵਾਸ ਹੈ। ਜਦੋਂ ਤੂੰ ਸਵਾਸ ਨੂੰ ਅੰਦਰ ਖਿੱਚਦਾ ਹੈ ਤਾਂ ਵਾਹਿਗੁਰੂ ਦਾ ਨਾਮ ਲੈ, ਸ਼ੁਕਰਾਨਾ ਕਰ, ਧੰਨਵਾਦ ਕਰ, ਕਿਉਂਕਿ ਸਵਾਸ ਆਉਣਾ ਤੇਰੀ ਮਰਜ਼ੀ ਨਾਲ ਨਹੀਂ ਹੈ। ਕੋਈ ਬਾਹਰੀ ਸ਼ਕਤੀ ਹੈ ਤੇਰੇ ਸਰੀਰ ਤੋਂ ਬਾਹਰ, ਐਨਰਜੀ ਹੈ ਜਿਹੜੀ ਇਹਨੂੰ ਆਟੋਮੈਟਿਕ ਸਿਸਟਮ ਉੱਤੇ ਪਾ ਕੇ ਤੈਨੂੰ ਆਪਣੇ ਆਪ ਸਵਾਸ ਆਈ ਜਾਂਦੇ ਹਨ। ਬਿਲਕੁਲ ਓਨੇ ਹੀ ਆਉਂਦੇ ਹਨ ਜਿੰਨੇ ਉਹਦੇ ਭੰਡਾਰੇ ਵਿੱਚ ਤੇਰੇ ਲਈ ਲਿਖੇ ਗਏ ਹਨ। ਫਿਰ ਮੁੱਕ ਜਾਂਦੇ ਹਨ ਤੇ ਤੂੰ ਮਰ ਜਾਂਦਾ ਹੈ, ਤੂੰ ਮੁੱਕ ਜਾਂਦਾ ਹੈ। ਇਹ ਤੇਰੀ ਕਿਰਿਆ ਹੈ, ਇਹ ਤੇਰੀ ਔਕਾਤ ਹੈ। ਡੈਫੀਨੇਸ਼ਨ ਆਫ ਯੂਅਰ ਲਾਈਫ ਇਜ਼ ਦਿਸ। ਤੂੰ ਇਹਨੂੰ ਅਮਰ ਕਿਵੇਂ ਬਣਾਉਣਾ ਹੈ? ਇਹ ਡਰ ਹੈ ਜਿਹੜਾ ਤੈਨੂੰ ਮਰਨ ਦਾ, ਮੁੱਕਣ ਦਾ, ਮੌਤ ਦਾ, ਇਹਨੂੰ ਖਤਮ ਕਿਵੇਂ ਕਰਨਾ ਹੈ? ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਸਾਰੇ ਗੁਰੂ ਸਾਹਿਬਾਨ ਦੀ ਫਿਲਾਸਫੀ ਇਹੀ ਹੈ ਕਿ ਜਿਹੜੀ ਚੀਜ਼ ਤੈਨੂੰ ਡਰਾਉਂਦੀ ਹੈ, ਤੈਨੂੰ ਭੈ ਦਿੰਦੀ ਹੈ, ਉਹ ਤੇਰੀ ਲਸਟ ਹੈ, ਮਾਇਆ ਦੀ ਖਿੱਚ ਹੈ ਕਿ ਤੇਰਾ ਇੱਥੇ ਦਿਲ ਲੱਗ ਗਿਆ, ਤੂੰ ਪਰਚ ਗਿਆ ਤਾਂ ਬਹੁਤ ਸਾਰੇ ਆਪਣੇ ਬਣਾ ਲਏ, ਤਾਂ ਬਹੁਤ ਸਾਰਾ ਧਨ ਆਪਣਾ ਬਣਾ ਲਿਆ, ਪਰ ਤੈਨੂੰ ਇਹ ਪਤਾ ਨਹੀਂ ਚੱਲਿਆ ਕਿ ਤੂੰ ਆਪਣਾ ਵੀ ਨਹੀਂ ਹੈ, ਤੂੰ ਆਪਣੇ ਆਪ ਦਾ ਵੀ ਨਹੀਂ ਹੈ। You don't belong to yourself. ਦੂਸਰਿਆਂ ਤੇ ਕਿਵੇਂ ਮਾਣ ਕਰ ਸਕਦਾ ਹੈ ਜਦ ਤੈਨੂੰ ਆਪਣੇ ਆਪ ਉੱਤੇ ਭਰੋਸਾ ਨਹੀਂ? ਇਹੀ ਸੱਚੇ ਪਾਤਸ਼ਾਹ ਤੇਰਾ ਡਰ ਦੂਰ ਕਰਨਾ ਚਾਹੁੰਦੇ ਹਨ। ਜਿਹੜੀ ਚੀਜ਼ ਤੈਨੂੰ ਭੈ ਦਿੰਦੀ ਹੈ, ਡਰਾਉਂਦੀ ਹੈ, ਉਹ ਤੇਰੀ ਮੈਂ ਹੈ। ਹਰ ਪਾਸੇ ਤੂੰ ਮੈਂ ਨੂੰ ਅੱਗੇ ਕਰ ਦਿੰਦਾ ਹੈ। ਮੈਂ ਮੰਗਦੀ ਹੈ ਮੈਂ, ਉਹ ਤੇਰੀ ਮੈਂ ਹੋਰ ਮੈਂ ਨੂੰ ਮੰਗਦੀ ਰਹਿੰਦੀ ਹੈ, ਕਦੇ ਵੀ ਰੱਜਦੀ ਨਹੀਂ। ਜੇ ਤੂੰ ਧਾਰਮਿਕ ਅਸਥਾਨ ਉੱਤੇ ਵੀ ਜਾਂਦਾ ਹੈ ਤਾਂ ਉੱਥੇ ਵੀ ਤੂੰ ਮੈਂ ਹੀ ਮੰਗਣ ਜਾਂਦਾ ਹੈ।
ਗੁਰੂ ਮਹਾਰਾਜ ਸਾਹਿਬ ਸਮਝਾਉਂਦੇ ਹਨ ਕਿ ਇਹੀ ਤਾਂ ਤੇਰੀ ਬਿਮਾਰੀ ਹੈ, ਇਹੀ ਤਾਂ ਤੇਰਾ ਰੋਗ ਹੈ। ਤੂੰ ਇਹਦਾ ਇਲਾਜ ਕਰਵਾਉਣ ਨਹੀਂ ਜਾਂਦਾ ਚੱਲਿਆ, ਤੂੰ ਇਹਨੂੰ ਵਧਾਉਣ ਦੇ ਲਈ ਜਾਂਦਾ ਹੈ। ਜੇ ਝੁਕ ਕੇ ਬੇਨਤੀ ਵੀ ਕਰਦਾ ਹੈ ਤਾਂ ਤਦ ਵੀ ਤੂੰ ਇਹਨੂੰ ਹੀ ਮੰਗਦਾ ਹੈ। ਤੈਨੂੰ ਮੰਗਣ ਦੇ ਲਈ ਪ੍ਰਭੂ ਦਾ ਆਸਰਾ, ਪ੍ਰਭੂ ਦੀ ਮਿਹਰ ਮੈਨੂੰ ਕੱਢ ਕੇ ਹੀ ਮਿਲਣੀ ਹੈ। ਪ੍ਰਭੂ ਤੇਰੀ ਮੈਂ ਨੂੰ ਪਸੰਦ ਨਹੀਂ ਕਰਦਾ। ਹੰਕਾਰ ਨੂੰ ਪ੍ਰਭੂ ਪਸੰਦ ਨਹੀਂ ਕਰਦਾ। ਫਿਰ ਜਦ ਮੂਹਰੇ ਅੱਗੇ ਮੈਂ ਆ ਜਾਂਦੀ ਹੈ, ਫਿਰ ਤੇਰੀ ਮਦਦ ਕਿਵੇਂ ਕਰੇਗਾ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਤੂੰ ਜਿਉਂਦਾ ਮਰ ਜਾ, ਲਿਵਿੰਗ ਡੈਡ, ਈਗੋਲੈਸ, ਮੈਂ ਤੋਂ ਰਹਿਤ। ਫਿਰ ਪ੍ਰਭੂ ਤੇਰਾ ਹੀ ਹੈ। ਮਾਇਆ ਕਦੇ ਵੀ ਉਸ ਇਨਸਾਨ ਦਾ ਸਾਥ ਨਹੀਂ ਦਿੰਦੀ ਜਿਹਦੇ ਵਿੱਚੋਂ ਮੈਂ ਮੁੱਕ ਜਾਂਦੀ ਹੈ। ਮਾਇਆ ਸਿਰਫ ਤੇ ਸਿਰਫ ਮੈਂ ਵਾਲਿਆਂ ਦੀ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੈਨੂੰ ਸਮਝਾਉਂਦੇ ਹਨ ਤਰੀਕਾ, ਵਿਧੀ, ਹਾਊ ਟੂ ਗੈਟ ਰਿਡ ਆਫ ਯੂਰ ਆਈ। ਤੈਂ ਆਪਣੀ ਹਉਮੈ ਤੋਂ ਖਹਿੜਾ ਕਿਵੇਂ ਛਡਾਉਣਾ ਹੈ। ਪਾਤਸ਼ਾਹ ਚੰਗੀ ਤਰ੍ਹਾਂ ਸਮਝਾਉਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ, ਸੱਚੇ ਪਾਤਸ਼ਾਹ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ ਸੁਖਮਣੀ ਸਾਹਿਬ ਦੇ ਵਿੱਚ। ਪਹਿਲਾ ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਉਸਤਤ, ਉਹਦੇ ਅਨੇਕ ਰੂਪਾਂ ਬਾਰੇ ਵਿਚਾਰ। ਜਦੋਂ ਸ੍ਰਿਸ਼ਟੀ ਨਹੀਂ ਸਾਜੀ ਸੀ ਉਹ ਵੀ ਵਰਣਨ। ਪ੍ਰਭੂ ਕਿੰਨਾ ਕਿਰਪਾਲੂ ਹੈ, ਕਿੰਨਾ ਦਿਆਲੂ ਹੈ, ਵਿਸਤਾਰ ਪੂਰਵਕ ਸਮਝਾਇਆ ਹੈ। ਦੂਸਰਾ ਉਹਨਾਂ ਭਗਤਾਂ ਦਾ ਜਿਨ੍ਹਾਂ ਨੇ ਪ੍ਰਭੂ ਨੂੰ ਪਾਇਆ ਹੈ, ਧਿਆਇਆ ਹੈ ਤੇ ਪਾਇਆ ਹੈ, ਆਪਣਾ ਬਣਾ ਲਿਆ। ਤੀਸਰਾ ਉਹਨਾਂ ਮਾਇਆ ਦੇ ਪਿਆਰਿਆਂ ਦਾ ਜਿਹੜੇ ਬਿਲਕੁਲ ਮਾਇਆ ਦੇ ਨਸ਼ੇ ਦੇ ਵਿੱਚ ਧੁੱਤ ਹਨ। ਉਹਨਾਂ ਨੂੰ ਸਾਰੇ ਦਾ ਸਾਰਾ ਕੁਝ ਝੂਠ ਲੱਗਦਾ ਹੈ, ਸਿਰਫ ਤੇ ਸਿਰਫ ਮਾਇਆ ਹੀ ਸੱਚੀ ਲੱਗਦੀ ਹੈ। ਉਹ ਕਦੇ ਵੀ ਪ੍ਰਭੂ ਦੇ ਪਿਆਰਿਆਂ ਦੀ ਉਸਤਤ ਨਹੀਂ ਕਰਦੇ, ਸਗੋਂ ਉਹਨਾਂ ਨੂੰ ਭੰਡਦੇ ਹਨ, ਉਹਨਾਂ ਨੂੰ ਨਿੰਦਦੇ ਹਨ, ਜਲੀਲ ਕਰਦੇ ਹਨ। ਸੱਚੇ ਪਾਤਸ਼ਾਹ ਨੇ ਉਹਨਾਂ ਦੇ ਵੱਖਰੇ ਵੱਖਰੇ ਨਾਮ ਰੱਖੇ ਹਨ। ਸੰਤ ਕੇ ਦੋਖੀ, ਸੰਤ ਕੇ ਨਿੰਦਕ। ਉਹਨਾਂ ਨੂੰ ਕਦੇ ਵੀ ਜੀਵਨ ਨਹੀਂ ਮਿਲਦਾ ਸਬਰ ਸੰਤੋਖ ਵਾਲਾ। ਭਟਕਣਾ ਵਿੱਚ ਗਵਾਚੇ ਰਹਿੰਦੇ ਹਨ, 84 ਦੇ ਬੰਧਨ ਦੇ ਵਿੱਚ ਤੁਰੇ ਰਹਿੰਦੇ ਹਨ। ਵਾਟ ਕਦੇ ਮੁੱਕਦੀ ਹੀ ਨਹੀਂ, ਹੋਰ ਵਾਟਾਂ ਪਈ ਜਾਂਦੀਆਂ ਹਨ। ਕੋਲੂ ਦੇ ਬਲਦ ਵਾਂਗੂ ਘੁੰਮਦੇ ਰਹਿੰਦੇ ਹਨ। ਅੱਖਾਂ ਉੱਤੇ ਮਾਇਆ ਨੇ ਹਨੇਰੀ ਪੱਟੀ ਬੰਨ੍ਹੀ ਹੋਈ ਹੈ, ਉਹਨਾਂ ਨੂੰ ਹੋਰ ਕੁਝ ਦਿਸਦਾ ਵੀ ਨਹੀਂ। ਸੱਚੇ ਪਾਤਸ਼ਾਹ ਨੇ ਉਹਨਾਂ ਉੱਤੇ ਵੀ ਮਿਹਰ ਕੀਤੀ ਹੈ। ਉਹਨਾਂ ਹੰਕਾਰੀਆਂ, ਉਹਨਾਂ ਨਿੰਦਕਾਂ ਦੇ ਉੱਤੇ ਕਿਰਪਾ ਕੀਤੀ ਹੈ ਕਿ ਤੁਸੀਂ ਕਦੇ ਵੀ ਲੇਟ ਨਹੀਂ। ਜਦੋਂ ਮਰਜੀ ਪ੍ਰਭੂ ਦੇ ਪਿਆਰੇ ਦਾ ਦਰਵਾਜ਼ਾ ਖੜਕਾ ਲਵੋ, ਉਹ ਤੁਹਾਡੇ ਉੱਤੇ ਮਿਹਰ ਕਰੇਗਾ। ਜਦੋਂ ਤੁਸੀਂ ਵਾਪਸ ਆ ਗਏ,
ਇੱਕ ਪ੍ਰਭੂ ਦਾ ਪਿਆਰਾ ਤੁਹਾਨੂੰ ਬਖਸ਼ ਦੇਵੇਗਾ, ਤੁਹਾਡੇ ਸਾਰੇ ਗੁਨਾਹ ਕੱਟੇ ਜਾਣਗੇ। ਜਦੋਂ ਵੀ ਕਦੇ ਤੁਸੀਂ ਥੱਕ ਜਾਵੋ, ਪਾਪਾਂ ਤੋਂ ਛੁਟਕਾਰਾ ਲੈ ਲਵੋ, ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। ਤਰੀਕਾ ਹੈ, ਵਿਧੀ ਹੈ ਕਿ ਪ੍ਰਾਣੀ, ਜੇ ਤੇਰੇ ਦਿਲ ਦੇ ਵਿੱਚ ਪ੍ਰਭੂ ਦੀ ਖੁਸ਼ੀ, ਸ਼ਾਂਤੀ, ਮੁਕਤੀ, ਕੰਫਰਟ, ਸਦੀਵੀ ਆਨੰਦ ਪ੍ਰਾਪਤ ਕਰਨ ਦੀ ਖਾਹਿਸ਼ ਹੈ, ਤਾਂ ਸਾਧ ਸੰਗ ਭਜ ਪਰਮਾਨੰਦ। ਫੇਰ ਤੂੰ ਮਿਲੇ ਹੋਇਆਂ ਨੂੰ ਲੱਭ ਲੈ, ਮਿਲੇ ਹੋਇਆਂ ਦੀ ਸੰਗ ਕਰ ਲੈ। ਉਹਨਾਂ ਦੀ ਸੰਗਤ ਦੇ ਵਿੱਚ ਤੂੰ ਬੈਠ ਕੇ ਤਰ ਜਾਵੇਂਗਾ ਪ੍ਰਾਣੀ। ਉਹਨਾਂ ਨੇ ਪਾਇਆ ਹੈ ਮਸ਼ੱਕਤ ਦੇ ਨਾਲ। ਅਕਾਲ ਪੁਰਖ ਨੇ ਕਿਰਪਾ ਕੀਤੀ, ਉਹ ਆਪਣੀ ਭਗਤੀ ਦੀ ਤੋਰ ਤੁਰਦੇ ਗਏ। ਅਖੀਰ ਮਿਹਰਬਾਨ ਹੋ ਗਿਆ ਦਾਤਾ, ਉਹਨਾਂ ਨੂੰ ਮਹਾਨ ਖੁਸ਼ੀ ਦੀ ਪ੍ਰਾਪਤੀ ਹੋ ਗਈ। ਨਰਕ ਨਿਵਾਰ ਆਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਜੇ ਤੈਂ ਨਰਕ ਤੋਂ ਛੁਟਕਾਰਾ ਲੈਣਾ ਹੈ, ਇਹ ਜਿਹੜਾ ਅੱਗ ਦਾ ਸਮੁੰਦਰ ਹੈ, ਉਹਦੇ ਵਿੱਚੋਂ ਤੈਂ ਬਾਹਰ ਨਿਕਲਣਾ ਹੈ, ਤਰਨਾ ਹੈ। ਇੱਕੋ ਇੱਕ ਤਰੀਕਾ ਹੈ ਆਬੇ ਹਯਾਤ ਨੂੰ ਪ੍ਰਾਪਤ ਕਰਨ ਦਾ। ਗੁਰੂ ਦੇ ਗੁਣ ਗਾ, ਪ੍ਰਭੂ ਦੀ ਉਸਤਤ ਕਰ, ਸਾਧੂਆਂ ਦਾ ਸੰਗ ਕਰ, ਸੁਆਮੀ ਦੇ ਜਸ, ਸੱਚੇ ਪਾਤਸ਼ਾਹ ਦੀ ਬਲੈਸਿੰਗ, ਮਿਹਰ ਪ੍ਰਾਪਤ ਕਰ ਲੈ। ਤੈਨੂੰ ਆਬੇ ਹਯਾਤ ਮਿਲ ਜਾਵੇਗਾ। ਫਿਰ ਤੂੰ ਨਰਕ ਤੋਂ ਬਚ ਜਾਵੇਗਾ। ਤੇਰੀ ਆਤਮਾ ਗੁਰੂ ਦੀ ਮਿਹਰ ਦੇ ਨਾਲ ਸਬਰ ਦਾ ਛੜੱਪਾ ਮਾਰ ਕੇ ਅੱਗ ਦੇ ਉੱਤੋਂ ਜੀ ਨਿਕਲ ਜਾਵੇਗੀ। ਚਿਤ ਚਿਤਵਿਓ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇੱਕ, ਸਿਰਫ ਇੱਕ। ਬਹੁਤ ਸਾਰੇ ਭੇਖੀ ਤੁਰੇ ਫਿਰਦੇ ਹਨ, ਜਿਹੜੇ ਬਿਲਕੁਲ ਅਸਲੀ ਲੱਗਦੇ ਹਨ ਪਰ ਅਸਲੀ ਨਹੀਂ। ਉਹਨਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਕਥਾਵਾਂ, ਉਹਨਾਂ ਦੇ ਬੋਲ ਪੂਰੇ ਹੀ ਠੱਗਾਂ ਵਰਗੇ ਹਨ। ਬਿਲਕੁਲ ਸੱਜਣ ਠੱਗ ਦੇ ਭਰਾ। ਪਤਾ ਵੀ ਨਹੀਂ ਚੱਲਦਾ ਭੋਲੇ ਲੋਕਾਂ ਨੂੰ ਜਦ ਉਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ। ਪ੍ਰਭੂ ਦੇ ਮਿਹਰ ਨਾਲ ਹੀ ਉਹਨਾਂ ਨੂੰ ਉਹਨਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤਰ੍ਹਾਂ ਦੇ ਅਨੇਕ ਹਨ। ਹਰ ਥਾਂ ਦੇ ਉੱਤੇ ਉਹਨਾਂ ਨੇ ਆਪਣੀ ਦੁਕਾਨ ਖੋਲ੍ਹੀ ਹੋਈ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਤੂੰ ਉਹਨਾਂ ਦੇ ਪਿੱਛੇ ਨਹੀਂ ਲੱਗਣਾ। ਤੈਨੂੰ 10ਵੇਂ ਪਾਤਸ਼ਾਹ ਨੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ।
ਤੈਨੂੰ ਗਰੰਟੀ ਕੀਤੀ ਹੈ ਲਿਖਤੀ ਰੂਪ ਦੇ ਵਿੱਚ ਕਿ ਜੇ ਤੂੰ ਪ੍ਰਭੂ ਪਿਆਰੇ ਨੂੰ ਭਾਲਣਾ ਹੈ, ਉਹਦੇ ਵਿੱਚ ਸਮਾ ਜਾਣਾ ਹੈ, ਤਾਂ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਹੀ ਹਨ। ਆਪਣੀ ਫਰਿਆਦ ਉਹਨਾਂ ਦੇ ਕੋਲ ਕਰ। ਉਹ 5 ਤੱਤਾਂ ਤੋਂ ਰਹਿਤ ਹਨ। ਜਿਹੜਾ ਪ੍ਰਾਣੀ ਹੈ ਸਰੀਰ ਦੇ ਰੂਪ ਦੇ ਵਿੱਚ, ਉਹ 5 ਤੱਤਾਂ ਦਾ ਕੰਟਰੋਲ ਕੀਤਾ ਹੋਇਆ ਪੁਤਲਾ ਹੈ। ਕਦੇ ਨਾ ਕਦੇ ਕੋਈ ਤੱਤ ਉਹਨੂੰ ਕੈਦੀ ਬਣਾ ਸਕਦਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਉੱਤੇ ਇਹਨਾਂ ਤੱਤਾਂ ਦਾ ਕੋਈ ਅਸਰ ਨਹੀਂ। ਸੱਚੇ ਪਾਤਸ਼ਾਹ ਤਾਂ ਤੇਰੀ ਸਹਾਇਤਾ ਬਿਲਕੁਲ ਕਿਸੇ ਸਵਾਰਥ ਤੋਂ ਬਿਨਾਂ ਕਰ ਸਕਦੇ ਹਨ। ਪ੍ਰਭੂ ਦੇ ਚਰਨਾਂ ਦੇ ਵਿੱਚ ਜਾ ਕੇ ਆਪਣੀ ਮੈਂ ਨੂੰ ਢੇਰੀ ਕਰਦੇ ਪ੍ਰਾਣੀ, ਭੋਰਾ ਵੀ ਨਾ ਬਚਾ। ਜਦੋਂ ਤੂੰ ਆਪਣੇ ਆਪ ਨੂੰ ਬਚਾ ਲੈਂਦਾ ਹੈ, ਫਿਰ ਤੈਨੂੰ ਪਹਿਲੀ ਤੋਂ ਫਿਰ ਸ਼ੁਰੂ ਹੋਣਾ ਪੈਂਦਾ ਹੈ। ਗੋ ਬੈਕ ਦੁਬਾਰਾ ਪਿੱਛੇ ਜਾ ਕੇ ਬੈਠਣਾ ਪੈਂਦਾ ਹੈ। ਤੈਂ ਮੈਂ ਤੋਂ ਲੈਣਾ ਕੀ ਹੈ? ਗਿਵ ਅਪ। ਇਹ ਤੋਂ ਖਹਿੜਾ ਛਡਾ ਤੇ ਇੱਕ ਨੂੰ ਪਿਆਰ ਕਰ, ਇੱਕ ਨੂੰ ਧਿਆ। ਜਿਹੜਾ ਸਰਬ ਵਿਆਪਕ ਸੁਆਮੀ ਹੈ, ਚਿੱਤ ਵਿਓ ਨਾ ਰਹਿਣ ਏਕ। ਏਕ ਰੂਪ ਜਾਂ ਕੇ ਰੰਗ ਅਨੇਕ। ਇੱਕ ਹੈ, ਉਹ ਮੇਲ ਹੈ। ਬਾਕੀ ਸਾਰੇ ਦਾ ਸਾਰਾ ਬ੍ਰਹਿਮੰਡ ਨਾਰਾਂ ਨਾਲ ਭਰਿਆ ਹੋਇਆ ਹੈ। ਸਗਲੀ ਨਾਟਸ। ਤੂੰ ਆਪਣੇ ਆਪ ਨੂੰ ਮੇਲ ਨਾ ਸਮਝ। ਤੂੰ ਆਦਮੀ ਨਹੀਂ ਹੈ। ਜੇ ਰੀਪਰੋਡਕਸ਼ਨ ਸਿਸਟਮ ਦੇ ਲਈ ਤੇਰੇ ਸਿਰਫ ਤੇ ਸਿਰਫ ਸਿੰਬਲਸ ਬਦਲੇ ਹਨ, ਇਹਦੇ ਨਾਲ ਤੂੰ ਆਲਮੀ ਪੁਰਖ ਨਹੀਂ ਬਣ ਜਾਂਦਾ। ਔਰਤ ਪਤਨੀ ਸ਼ਿੰਗਾਰ ਕਰਦੀ ਹੈ ਆਪਣੇ ਪ੍ਰੀਤਮ ਨੂੰ ਪ੍ਰਸੰਨ ਕਰਨ ਦੇ ਲਈ, ਤਾਂ ਕਿ ਉਹਨੂੰ ਭਾ ਜਾਵੇ। ਤੇਰਾ ਕੋਈ ਫਰਕ ਨਹੀਂ ਹੈ। ਤੂੰ ਵੀ ਉਸ ਪਿਆਰੇ ਦੀ ਜੀਵ ਆਤਮਾ ਬੌਟੀ ਹੈ, ਦੁਲਹਨ ਹੈ। ਉਸ ਤਰ੍ਹਾਂ ਹੀ ਐਕਟ ਕਰ। ਜਦੋਂ ਤੂੰ ਮਰਦ ਬਣ ਕੇ ਹਉਮੈ ਨੂੰ ਖਿਲਾਰਦਾ ਹੈ, ਆਪਣੇ ਆਪ ਪ੍ਰਭੂ ਦਾ ਸ਼ਰੀਕ ਬਣਦਾ ਹੈ, ਪ੍ਰਭੂ ਕਿਵੇਂ ਭਾਵੇ ਤੈਨੂੰ? ਇੱਕ ਨੂੰ ਚਿੱਤ ਬੁਲਾ। ਉਹਦੇ ਰੰਗ ਅਨੇਕ ਹਨ। ਉਹਨੇ ਇਸ ਪਲਵਾੜੀ ਨੂੰ ਅੱਗੇ ਵਧਾਉਣ ਦੇ ਲਈ ਕੱਚੇ ਤੌਰ ਤੇ ਮੇਲ ਤੇ ਫੀਮੇਲ ਬਣਾਏ ਹਨ। ਹੋ ਸਕਦਾ ਹੈ ਤੇਰਾ ਰੋਲ ਆਰਜੀ ਮੇਲ ਵਾਲਾ ਹੋਵੇ, ਪਰ ਇਹਦਾ ਇਹ ਮਤਲਬ ਨਹੀਂ ਕਿ ਤੂੰ ਪੁਰਖ ਬਣ ਗਿਆ। ਪੁਰਖ ਸਿਰਫ ਤੇ ਸਿਰਫ ਇੱਕੋ ਹੀ ਹੈ, ਅਕਾਲ ਪੁਰਖ, ਜਿਹੜਾ ਸਾਰੇ ਸੰਸਾਰ ਨੂੰ ਚਲਾਉਂਦਾ ਹੈ। ਉਹਦੇ ਰੰਗਾਂ ਦਾ ਕੋਈ ਅੰਤ ਨਹੀਂ ਹੈ। ਬੇਸ਼ੁਮਾਰ ਰੰਗ ਹਨ। ਵੰਨਗੀਆਂ ਤਰੰਨਗੀਆਂ ਦਾ ਮਾਹਰ ਹੈ ਦਾਤਾ। ਗੋਪਾਲ ਦਮੋਦਰ ਦੀਨ ਦਿਆਲ। ਉਹ ਪਾਲਣ ਵਾਲਾ ਹੈ ਸਾਰੇ ਸੰਸਾਰ ਨੂੰ, ਪਾਲਣ ਪੋਸ਼ਣ ਵਾਲਾ ਹੈ, ਸਾਰਿਆਂ ਦੀ ਨਰਸਿੰਗ ਕਰਦਾ ਹੈ, ਸਹਾਇਤਾ ਕਰਦਾ ਹੈ ਗਰੀਬ ਗੁਰਬੇ ਦੀ। ਦਿਆਲੂ ਹੈ, ਦਿਆਲ ਹੈ, ਕਿਰਪਾਲੂ ਹੈ,
ਸਜ਼ਾ ਨਹੀਂ ਦਿੰਦਾ, ਮਾਫ ਕਰਦਾ ਹੈ। ਉਹਦੀ ਕਚਹਿਰੀ ਦੇ ਵਿੱਚ ਮਾਫੀ ਹੀ ਮਿਲਦੀ ਹੈ। ਪੁਰਾਣੀ ਤੈਂ ਸੰਸਾਰਕ ਕਚਹਿਰੀਆਂ ਬਣਾਈਆਂ ਹਨ, ਕੋਰਟ, ਰਿਸਪੈਕਟਿਵ ਕੋਰਟ ਬਣਾਏ ਹਨ, ਪਰ ਹਰ ਕੋਰਟ ਦਾ ਜਿਹੜਾ ਮੇਨ ਮਿਸ਼ਨ ਹੈ ਉਹ ਅਪਰਾਧੀਆਂ ਨੂੰ ਸਜ਼ਾ ਦੇਣਾ ਹੈ। ਮਾਫੀ ਨਹੀਂ ਮਿਲਦੀ, ਪਰ ਪ੍ਰਭੂ ਦਾ ਮੇਨ ਮਿਸ਼ਨ ਇਨਸਾਨ ਨੂੰ ਸਜ਼ਾ ਦੇਣਾ ਨਹੀਂ ਹੈ, ਉਹਨੂੰ ਬਖਸ਼ਣ ਦਾ, ਉਹਨੂੰ ਮਾਫ ਕਰਨ ਦਾ। ਸੱਚੇ ਪਾਤਸ਼ਾਹ ਦਾ ਸਿਤਮ ਹੈ, ਤੂੰ ਉਸ ਪਾਲਣ ਵਾਲੇ ਨੂੰ, ਬਖਸ਼ਣ ਵਾਲੇ ਨੂੰ, ਰੱਖਣਹਾਰ ਨੂੰ, ਗਰੀਬਾਂ ਤੇ ਮਿਹਰਬਾਨ ਹੋਣ ਵਾਲੇ ਨੂੰ, ਸੰਸਾਰੀ ਪੀੜਾਂ ਦਾ ਇਲਾਜ ਕਰਨ ਵਾਲੇ ਨੂੰ, ਪੂਰਨ ਨੂੰ, ਪਰਫੈਕਟ ਨੂੰ, ਉਸ ਅਕਾਲ ਪੁਰਖ ਨੂੰ ਯਾਦ ਕਰ। ਸਿਮਰ ਸਿਮਰ ਨਾਮ ਬਾਰਨ-ਬਾਰ, ਮੁੜ ਮੁੜ ਕੇ, ਦੁਆਰਾ ਫਿਰ ਮੁੜ ਕੇ, ਸ਼ੁਰੂ ਤੋਂ ਇੱਕ ਓਂਕਾਰ ਤੋਂ ਦੁਆਰਾ ਉਹਨੂੰ ਧਿਆ ਲੈ। ਤੇਰਾ ਮਨੋਰਥ, ਤੇਰਾ ਮਿਸ਼ਨ ਹਰ ਵੇਲੇ ਉਹਨੂੰ ਯਾਦ ਰੱਖਣ ਦਾ ਹੈ। ਸਿਮਰ ਸਿਮਰ ਨਾਮ ਬਾਰਨ-ਬਾਰ, ਨਾਨਕ ਜੀ ਕਾ ਇਹ ਆਧਾਰ। ਇਹ ਤੋਂ ਬਿਨਾਂ ਹੋਰ ਕੋਈ ਆਸਰਾ ਮਨੁੱਖ ਦਾ ਨਹੀਂ ਹੈ। ਸਿਰਫ ਤੇ ਸਿਰਫ ਪ੍ਰਭੂ ਨੂੰ ਯਾਦ ਕਰਦਾ ਹੈ, ਉਹਦਾ ਸ਼ੁਕਰਾਨਾ ਕਰਦਾ ਹੈ, ਉਹਨੂੰ ਧਿਆਉਣ ਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਅੰਗਰੇਜ਼ੀ ਦੇ ਵਿੱਚ ਇਸੇ ਪਦ ਦਾ ਵਿਚਾਰ ਕਰ ਲਈਏ ਉਹਦੀ ਕਿਰਪਾ ਦੇ ਨਾਲ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ। By meditating on God, the supreme joy, the highest comfort, in the company of saints, sadhus, God lovers, you will cross the river of Maya. You will have salvation, happiness, calmness, and bliss. You get all these with God's blessing. ਨਰਕ ਨਵਾਰ ਆਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। So important is God's praise for you. Say thanks to Him all the time. That's your need, because you don't want to stay in hell. You want to go Guru's feet, where you live forever. Make that protection of yourself. Go get the nectar and drink it. That will be for you. Lord's praise, you will escape from hell, and you will save your soul. ਚਿਤ ਚਿਤ ਵਿਓ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ। In your mind, remember the one pervading God.
one Lord, who has one form and many manifestations. Gopal Damodar Deen Dayal, Dukh Bhajan Puran Karpal. He is the world cherisher, the holder of universe. In his belly kind to the poor, destroyer of pain, and perfectly merciful. Gopal Damodar Deen Dayal. He is the nurse of the universe. He is everywhere and protective shield. Especially he is so kindness, so loving to the poor ones, the one who work hard and sacrifice themselves on the Lord. He is the world cherisher, the holder of universe. In his belly kind to the poor, destroyer of pain, and perfectly merciful. Simar Simar Naam Baran Bar. Remember the name over and over again. नानक जी का ये है आधार. Hey Nanak, it is the only support of the soul. That is only protection to the soul. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪਾਂ ਸੰਖੇਪ ਦੇ ਵਿੱਚ ਇਸ ਪਦ ਨੂੰ ਸਮਝੀਏ ਕਿ ਪ੍ਰਾਣੀ ਜਿਹੜੀ ਖੁਸ਼ੀ ਤੂੰ ਮਾਣ ਰਿਹਾ ਹੈ, ਜਿਹੜੀ ਖੁਸ਼ੀ ਨੂੰ ਤੂੰ ਖੁਸ਼ੀ ਕਹਿਣਾ ਹੈ, ਉਹ ਦਰਅਸਲ ਖੁਸ਼ੀ ਨਹੀਂ ਹੈ, ਉਹਦੇ ਦੂਸਰੇ ਪਾਸੇ ਗਮੀ ਹੈ. ਇੱਕ ਤਸਵੀਰ ਦੇ ਦੋ ਪਾਸੇ ਹਨ. ਤੈਨੂੰ ਕੀ ਲਾਭ ਹੋਵੇਗਾ ਜੇ ਕੁਝ ਘੰਟੇ ਤੂੰ ਖੁਸ਼ ਹੈ, ਕੁਝ ਘੰਟੇ ਤੂੰ ਉਦਾਸ ਹੈ. ਜਦੋਂ ਖੁਸ਼ੀ ਆ ਗਈ ਉਦੋਂ ਤੂੰ ਛੜੱਪੇ ਮਾਰਦਾ ਹੈ, ਜਦੋਂ ਗਮੀ ਆ ਗਈ ਤੂੰ ਰੋਂਦਾ ਹੈ. ਇਹਦਾ ਤੈਨੂੰ ਕੋਈ ਲਾਭ ਨਹੀਂ ਹੈ. ਇਹ ਤਾਂ ਚੰਗੀ ਚਿਤਵਣੀ ਤੈਨੂੰ ਚੱਬੜੀ ਰਹਿੰਦੀ ਹੈ. ਜੇ ਤੂੰ ਸਦਾ ਦੇ ਲਈ ਦੁੱਖ ਨੂੰ ਦੇਖਣਾ ਨਹੀਂ ਚਾਹੁੰਦਾ, ਦੁੱਖ ਨੂੰ ਅਲਵਿਦਾ ਕਹਿਣਾ ਚਾਹੁੰਦਾ ਹੈ, ਦਿਨ ਸਾਧੂਆਂ ਦੀ ਸੰਗਤ ਕਰ. ਪ੍ਰਭੂ ਪਿਆਰੇ ਨੂੰ ਮੰਨ, ਆਪਣੇ ਆਪ ਨੂੰ ਢੇਰੀ ਕਰ ਦੇ, ਆਪਣੀ ਮੈਂ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦੇ. ਪ੍ਰਭੂ ਬਖਸ਼ੰਦ ਹੈ, ਪ੍ਰੀਤਮ ਪਿਆਰਾ ਹੈ, ਦਿਆਲੂ ਹੈ, ਕਿਰਪਾਲੂ ਹੈ, ਕਿਸੇ ਨੂੰ ਖਾਲੀ ਨਹੀਂ ਮੋੜਦਾ. ਅਵਸ਼ ਹੀ ਤੈਨੂੰ ਐਕਸੈਪਟ ਕਰ ਲਵੇਗਾ. ਸਾਧੂਆਂ ਦਾ ਸੰਗ ਕਰਕੇ, ਪ੍ਰਭੂ ਨੂੰ ਧਿਆ ਕੇ, ਫਿਰ ਮਹਾ ਆਨੰਦ, ਮਹਾ ਸਬਰ ਸੰਤੋਖ ਤੈਨੂੰ ਪ੍ਰਾਪਤ ਹੋ ਜਾਵੇਗਾ. ਪ੍ਰਾਣੀ, ਨਰਕ ਤੋਂ ਪਾਰ ਲੰਘਣਾ ਹੈ. ਤੇਰੇ ਕੋਲ ਨਈਆ, ਤੇਰੇ ਕੋਲ ਕਿਸ਼ਤੀ ਕੋਈ ਵੀ ਨਹੀਂ. ਤਰਨਾ ਤੈਨੂੰ ਆਉਂਦਾ ਨਹੀਂ, ਕਿਸ਼ਤੀ ਤੇਰੇ ਕੋਲ ਨਹੀਂ, ਚੱਪੂ ਵੀ ਤੇਰੇ ਕੋਲ ਨਹੀਂ ਹੈ. ਕੀ ਕਰੇਗਾ? ਡੁੱਬਣ ਤੋਂ ਬਿਨਾਂ ਪ੍ਰਾਣੀ
ਤੂੰ ਕਿਵੇਂ ਬਚਾਵੇਂਗਾ ਏਡੀਆਂ ਵੱਡੀਆਂ ਲਹਿਰਾਂ ਦੇ ਵਿੱਚ? ਗਵਾਚ ਜਾਵੇਂਗਾ। ਤੈਨੂੰ ਪਾਣੀ ਦੀਆਂ ਲਹਿਰਾਂ ਖਿੱਚ ਕੇ ਡੂੰਘੇ ਸਥਾਨ ਉੱਤੇ ਡੁਬੋ ਦੇਣਗੀਆਂ। ਮਾਇਆ ਦੀਆਂ ਲਹਿਰਾਂ ਸਮੁੰਦਰ ਦੀਆਂ ਲਹਿਰਾਂ ਨਾਲੋਂ ਮਜ਼ਬੂਤ ਹਨ। ਉਹ ਤੈਨੂੰ ਕਿਸੇ ਜੋਗੀਆਂ ਵੀ ਨਹੀਂ ਛੱਡਣਗੀਆਂ। ਫਿਰ ਮੁੜ ਕੇ ਨਰਕ ਦੇ ਵਿੱਚ ਫਸ ਜਾਵੇਗਾ। ਜੇ ਨਰਕ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੈ ਤਾਂ ਆਧਾਰ ਤੇਰਾ ਜਿਹੜਾ ਪ੍ਰੋਟੈਕਸ਼ਨ ਪੋਲ ਹੈ ਉਹ ਪ੍ਰਭੂ ਦਾ ਨਾਂ ਹੈ। ਗੁਰੂ ਗੋਬਿੰਦ ਸੱਚੇ ਪਾਤਸ਼ਾਹ ਤੈਨੂੰ ਬਚਾ ਲੈਣਗੇ ਉਸ ਘੁੰਮਣ ਘੇਰੀ ਦੇ ਵਿੱਚੋਂ। ਤੂੰ ਆਪਣੀ ਜ਼ਿੰਮੇਵਾਰੀ ਨਿਭਾ। ਸਵਾਸ ਸਵਾਸ ਉਹਨੂੰ ਧਿਆ। ਹਰ ਗਰਾਸ ਸਵਾਸ ਸਵਾਸ। ਫਿਰ ਤੇਰੀ ਆਤਮਾ ਭਵ ਸਾਗਰ ਚੋਂ ਪਾਰ ਹੋ ਜਾਵੇਗੀ। ਚਿਤ ਬਿਓ ਨਾਰਾਇਣ ਏਕ। ਇੱਕ, ਸਿਰਫ ਇੱਕ, ਜਿਹਨੂੰ ਤੂੰ ਦੇਖ ਨਹੀਂ ਸਕਦਾ। ਨਿਸ਼ਾਨੀ ਨੰਬਰ 1 ਮਹਿਸੂਸ ਕਰ ਸਕਦਾ ਹੈ। ਜੇ ਤੈਨੂੰ ਪ੍ਰਾਣੀ ਅੱਗਿਓਂ ਇਹ ਕਹਿੰਦਾ ਹੈ ਕਿ ਮੈਂ ਪ੍ਰਭੂ ਹਾਂ, ਪ੍ਰਭੂ ਦਾ ਰੂਪ ਹਾਂ, ਡੂ ਨਾਟ ਬਲੀਵ ਔਨ ਹਿਮ, ਹੀ ਇਜ਼ ਜਸਟ ਲਾਈਕ ਯੂ। ਤੇਰੇ ਵਰਗਾ ਹੀ ਹੈ ਪਰ ਤੇਰੇ ਨਾਲੋਂ ਵੀ ਥੱਲੇ ਹੈ। ਤੂੰ ਕਦੇ ਵੀ ਨਹੀਂ ਕਹਿੰਦਾ ਕਿ ਮੈਂ ਪ੍ਰਭੂ ਦਾ ਰੂਪ ਹਾਂ। ਤੂੰ ਇਹ ਵੀ ਕਦੇ ਨਹੀਂ ਕਹਿੰਦਾ ਕਿ ਪ੍ਰਭੂ ਮੈਨੂੰ ਮਿਲ ਗਿਆ ਹੈ। ਜੇ ਉਹ ਤੇਰੇ ਅੱਗੇ ਝੂਠ ਬੋਲਦਾ ਹੈ, ਤੇਰੀ ਮਾਇਆ ਦੀ ਝਾਕ ਕਰਦਾ ਹੈ, ਉਹ ਤੇਰੇ ਨਾਲੋਂ ਥੱਲੇ ਹੈ। ਤੈਨੂੰ ਕੀ ਸਿਖਾਵੇਗਾ? ਜਿਹੜਾ ਕਿਰਤ ਨਹੀਂ ਕਰਦਾ, ਦੂਜਿਆਂ ਵੱਲ ਦੇਖਦਾ ਹੈ। ਗੋਪਾਲ ਦਮੋਦਰ ਦੀਨ ਦਿਆਲ, ਦੁੱਖ ਭੰਜਨ ਪੂਰਨ ਕਿਰਪਾਲ। ਪ੍ਰਾਣੀ, ਤੇਰੇ ਲਈ ਇੱਕ ਬਹੁਤ ਹੀ ਸੌਖੀ ਵਿਧੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਮਝਾਈ ਹੈ, ਮਿਹਰ ਕੀਤੀ ਹੈ। ਸਿਮਰ ਨਾਮ ਬਾਰਨ-ਬਾਰ। ਦੁਆਰਾ ਪਹਿਲਾਂ ਤੇਰਾ ਦਿਲ ਨਹੀਂ ਲੱਗਣਾ। ਪਾਠ ਕਰਨ ਦੇ ਵਿੱਚ ਪਹਿਲਾਂ ਦਿਲ ਨਹੀਂ ਲੱਗਦਾ। ਉਹੀ ਪਾਠ ਹਰ ਰੋਜ਼ ਤੇਰੇ ਵਿੱਚ ਛੁਪੀ ਹੋਈ ਮਾਇਆ ਨੇ ਤੈਨੂੰ ਕਹਿਣਾ, ਤੂੰ ਸ਼ਟ ਅਪ ਕਹਿਣਾ ਸਿੱਖ ਲੈ ਕਿ ਚੁੱਪ, ਇਹ ਮੇਰੇ ਪ੍ਰੀਤਮ ਦੀ ਬਾਣੀ ਹੈ। ਜਿੰਨੀ ਦੇਰ ਵੀ ਪੜ੍ਹਦਾ ਹਾਂ ਮੈਨੂੰ ਸਕੂਨ ਮਿਲਦਾ ਹੈ, ਸਬਰ ਮਿਲਦਾ ਹੈ। ਦੁਆਰਾ ਬਾਰਨ-ਬਾਰ। ਨਾਨਕ ਜੀ ਕਾ ਇਹ ਹੈ ਆਧਾਰ। ਇਹ ਤੇਰਾ ਫਿਰ ਆਧਾਰ ਬਣ ਜਾਵੇਗਾ। ਤੈਨੂੰ ਹਮੇਸ਼ਾ ਹੀ ਪ੍ਰੋਟੈਕਟ ਕਰੇਗਾ। ਤੇਰਾ ਡਰ ਮੁੱਕ ਜਾਵੇਗਾ। ਫੀਅਰ ਆਫ ਡੈਥ ਬਾਹਰ ਨਿਕਲ ਜਾਵੇਗਾ। ਤੂੰ ਹਮੇਸ਼ਾ ਦੇ ਲਈ ਪ੍ਰਭੂ ਦਾ ਪਿਆਰਾ ਬਣ ਜਾਵੇਗਾ। ਪ੍ਰਾਣੀ, ਉਹਦੀ ਮਿਹਰ ਦੇ ਨਾਲ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।